ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਨੌਵੇਂ ਕੇ ਸ਼ਲੋਕ ਛੇਵਾਂ। ਪਤਿਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ। ਕਉ ਨਾਨਕ ਤੈ ਜਾਨੀਏ ਸਦਾ ਬਸਤ ਤੁਮ ਸਾਥ। पतत उदाहरण भै हरन हर अनाथ के नाथ कहो नानक तह जानिए सदा बसत तुम साथ। सच के ज्ञान तो गुरु भगतां दे दर्शाए राह तो सानूं समझ आउंदी है। वो भी उन्होंने समझ आउंदी है जिहड़े गुरु भगतां दे दर्शाए राह अनुसार चलते ने और भाने च रहिंदे ने। उन्होंने समझ पैंदी है जिहड़े गुरशब्द की कमाई करते। नहीं असीं जिन्ने संसारी धर्म कर्म करते हैं शरीर करके असीं बाहर भटकते रहने हैं। धर्म सानूं लोभ दिंदे ने, असीं लोभी हाँ। साडे अंदर भै वधदा चलिया जांदा। संसार दे विच पिछे भी आपां विचार कीती, किड्डा भी राज पाठ, किड्डे भी उच्चे पद, कितनी संपत सारी गुरु भगत साहिबानां ने आपां नूं अनेकां उपदेश दे के समझाया वा। जे कोई फिल्म ना सुने भाई इदों वड्डा भागा कोई नहीं है भी इत्थे कुछ स्थिर नहीं हैगा। जे सानूं दिता भी है तो असीं उहदी खुशी ਉਹਦਾ ਸ਼ੁਕਰ ਕਰਨਾ ਹੈ, खुशी मनाउणी है, पर ਉਹਦਾ हंकार नहीं करना। असीं ज्ञान तो बिना ਉਹਦਾ हंकार कर लैंदे ਹਾਂ। जो संपत अपनी करमानी छिन में पई पराई। फिर ਇਹਨੂੰ ਤਾਂ पराई होण ਨੂੰ छिन भी नहीं लगता, फिर असीं काहदा हंकार करते हैं। सानूं ज्ञान नहीं हैगा। हुण सानूं गुरशब्द तो ज्ञान होना ਜਿਹਦੇ ਨਾਲ ਅਸੀਂ ਉਹ ਕੁਦਰਤ ਦਾ ਦਰਸ਼ਨ ਕਰਨਾ ਹੈ। ਕੁਦਰਤ ਦੀ ਬਣਾਈ ਹੋਈ ਇਹ ਸਿਰਜਣਹਾਰ ਦੀ ਇਹ ਸ੍ਰਿਸ਼ਟੀ ਨੂੰ ਸਮਝਣਾ ਵਾ। ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਕਿ ਅਸੀਂ ਉਹਨੂੰ ਸਮਝ ਲਾਂਗੇ। ਉਹੀ ਸਤਿਗੁਰ ਸਮਝਾਉਂਦੇ ਨੇ, ਪਤਿਤ ਉਦਾਹਰਨ ਭੈ ਹਰਨ। ਕੌਣ ਹੈ ਹਰ ਅਨਾਥ ਕੇ ਨਾਥ। ਇਹ ਹਰ ਕਥਾ ਹੈ ਭਾਈ, ਇਹ ਹਰ ਦੀ ਬਾਣੀ ਹੈ। ਇਹਨੂੰ ਸੁਣਨਾ ਵਾ, ਜਿਹੜੇ ਸੁਣਨਗੇ ਵਿਚਾਰਨਗੇ ਔਰ ਅਮਲ ਕਰਨਗੇ ਉਹ ਅਮਰ ਹੋ ਜਾਣਗੇ। ਉਹਨਾਂ ਦਾ ਭੈ ਕੱਟਿਆ ਜਾਊਗਾ। ਇਹ ਸਾਨੂੰ ਪਹਿਲਾ ਗੁਣ ਪ੍ਰਾਪਤ ਹੁੰਦਾ ਹੈ ਗੁਰਬਾਣੀ ਦੇ ਵਿੱਚੋਂ ਗਿਆਨ, ਜਿਹਦੇ ਨਾਲ ਸਾਡਾ ਭੈ ਕੱਟਿਆ ਜਾਂਦਾ ਹੈ। ਨਹੀਂ ਜਿੰਨੇ ਵੀ ਸੰਸਾਰੀ ਅਸੀਂ ਧਰਮ ਕਰਮ ਕਰਦੇ ਹਾਂ ਸਾਨੂੰ ਭੈ ਦਿੰਦੇ ਨੇ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਸਤਿਗੁਰ ਸਮਝਾਉਂਦੇ ਨੇ ਆਨੰਦ ਸਾਹਿਬ ਦੇ ਵਿੱਚ। ਤੱਤ ਗਿਆਨ ਨਹੀਂ ਹੁੰਦਾ, ਆਤਮਾ ਦੀ ਗਤੀ ਨਹੀਂ ਹੈਗੀ ਉਹਦੇ ਵਿੱਚ। ਸੰਸਾਰੀ ਧਰਮ ਕਰਮ ਦੱਸੀ ਜਾਂਦੇ ਆ, ਉਹਦੇ ਵਿੱਚ ਕੀ ਹੈ ਭੈ ਵਧੀ ਜਾਂਦਾ। ਆਪਾਂ ਪਿਛਲੇ ਵੀ ਸ਼ਲੋਕਾਂ 'ਚ ਵਿਚਾਰ ਕੀਤੀ ਸੀ ਕਬੀਰ ਭਗਤ ਜੀ ਦੇ ਵੀ ਜਿੰਨਾ ਮਰਜ਼ੀ ਅਸੀਂ ਰਾਜ ਪਾਟ ਕਾਇਮ ਕਰ ਲਈਏ, ਜਿਹੜੀ ਦੂਰ ਤੱਕ ਅਸੀਂ ਸਾਡਾ ਰਾਜ ਚੱਲਦਾ ਹੋਵੇ, ਉੱਚੇ ਪਦ ਦੀ ਪ੍ਰਾਪਤੀ ਕਰ ਲਈਏ, ਸੰਸਾਰ ਸਾਨੂੰ ਕਿੰਨਾ ਵੀ ਮੰਨਦਾ ਹੋਵੇ। ਆਪਾਂ ਜਪਜੀ ਸਾਹਿਬ ਸਤਿਗੁਰਾਂ ਦੇ ਬਚਨ ਲਈਏ ਅੱਜ। ਜੇ ਜੁਗ ਚਾਰੇ ਆਰਜਾਂ ਹੋਂਦ ਸੁਣੀ ਹੋਏ, ਨਵਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਮ ਰਖਾਏ ਕੇ जस कीर्त जग ले, जे तिस नज़र ना आवई तां बात न पुछे के। सतगुर तैं समझाउंदे भाई जपजी साहब दे विच। जोगी चार युगां दी उम्र दी गल करदे आ, पर सतगुर समझाउंदे नहीं भी चल भाई तू 4 युगां तूं दुगणी कर लै फिर की हो जूगा। गिणतियां मिणतियां कीतियां पिछे धर्म प्रचलित जिन्ने आए ने उन्होंने ने गिणतियां मिणतियां करके बहुत झूठ बोलिया गया। असीं मंनदे आए, सानूं उदों ज्ञान नहीं सीगा। अज दे युग दे विच सारे समझदार ने, पर ज्ञान क्यों नहीं हुंदा? कारण की है? असीं सुणदे नहीं बाणी। चाहुंदे सारे ही नहीं भला अपना, पर ज्ञान नहीं हैगा किवें भला होवे। ये तां सानूं सतगुरां दे उपदेश तो ही पता लगूगा। ਉਹ ਕਹਿੰਦੇ ਤੂੰ ਕਿੱਡਾ ਵੱਡਾ ਵੀ ਬਣ ਜਾਵੇਂ, ਨੌਖੰਡਾਂ 'ਚ ਸਾਰੇ ਤੇਰੇ ਨਾਲ ਚਰਦੇ ਹੋਣ, ਤੇਰੀ ਮੱਤ ਦਾ ਬਹੁਤ ਉੱਚਾ ਨਾਂ ਹੋਵੇ, ਤੇਰਾ ਜਸ ਕਰਦਾ ਹੋਵੇ ਸਾਰਾ ਸੰਸਾਰ, ਪਰ ਜੇ ਤਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇਗੇ। ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਆਪਾਂ ਪਿੱਛੇ ਸ਼ਲੋਕ ਲਿਆ ਸੀ ਭਗਤ ਕਬੀਰ ਜੀ ਦਾ, ਰਾਜਾ ਪਰਜਾ ਸ਼ੰਕਰ ਮਾਰੇ ਐਸੋ ਕਾਲ ਵਡਾਨੀ ਰੇ। ਕਿੱਡਾ ਵੱਡਾ ਵੀ ਰਾਜ ਪਾਟ ਪੈਦਾ ਕਰ ਲਿਆ, ਚਾਹੇ ਅਸੀਂ ਗਰੀਬ ਰਹੇ, ਪਰ ਕਾਲ ਤਾਂ ਬਰਾਬਰ ਦੀ ਚਪੇੜ ਮਾਰਦਾ। ਫਿਰ ਕੀ ਖੱਟਿਆ ਅਸੀਂ? ਜੀਵਨ ਗਵਾ ਕੇ ਅਸੀਂ ਐਂ ਚਲੇ ਜਾਂਦੇ ਹਾਂ। ਪਹਿਲਾਂ ਆਪਾਂ
ਸਲੋਕ ਸ਼ੁਰੂ ਕੀਤੇ ਆ ਨੌਵੇਂ ਪਾਤਸ਼ਾਹ ਦੇ। ਜਿਹੜਾ ਪਹਿਲਾ ਸਲੋਕ ਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਸਾਰਾ ਜਨਮ ਐਵੇਂ ਚੱਲਿਆ ਗਿਆ। ਗੁਣ ਤਾਂ ਗੋਬਿੰਦ ਦੇ ਗਾਉਣੇ ਸੀ, ਜਿਹਨੇ ਸ੍ਰਿਸ਼ਟੀ ਸਾਜੀ ਹੈ, ਸਾਰਿਆਂ ਦੀ ਪਾਲਣਾ ਕਰਦਾ। ਜੇ ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲਈਏ, ਜਿਨ ਜੀਓ ਪਿੰਡ ਦੀਆ ਰਿਜ਼ਕ ਵਰਾਵੇ, ਸਭ ਘਟ ਭੀਤਰ ਹਾਟ ਚਲਾਵੇ। ਸਤਿਗੁਰ ਤੈਂ ਸਮਝਾਉਂਦੇ ਨੇ ਭਗਤ ਜੀ, ਭਾਈ ਉਹਦੀ ਕਿਰਪਾ ਨਾਲ ਹਾਟ ਚੱਲਦਾ। ਅਸੀਂ ਉਹਦਾ ਦਰਸ਼ਨ ਕਰਨਾ ਹਰ ਦਾ, ਜਿਹਦੀ ਕਿਰਪਾ ਨਾਲ ਸਾਡਾ ਹਾਟ ਚੱਲਦਾ ਵਾ। ਜਿਹੜੇ ਅਸੀਂ ਬਾਹਰ ਦਰਸ਼ਨ ਮੰਨੀ ਬੈਠੇ ਹਾਂ ਤਾਂ ਸੰਕਲਪ ਨੇ, ਸਾਡੇ ਭਰਮ ਹੈ। ਇਹ ਗਿਆਨ ਤੋਂ ਬਾਅਦ ਦਰਸ਼ਨ ਹੋਣਾ। ਅਸੀਂ ਗਿਆਨ ਤੋਂ ਬਾਅਦ ਹੀ ਕੁਦਰਤ ਨੂੰ ਅਸੀਂ ਸਮਝ ਸਕਦੇ ਹਾਂ, ਕੁਦਰਤ ਨੂੰ ਅਨੁਭਵ ਕਰ ਸਕਦੇ ਹਾਂ। ਪਰ ਗਿਆਨ ਤੋਂ ਬਿਨਾਂ ਤਾਂ ਅਸੀਂ ਅੰਨੇ ਹਾਂ, ਸਾਨੂੰ ਕਾਲ ਛੱਡਦਾ ਨਹੀਂ ਹੈਗਾ। ਹੁਣ ਸਭ ਤੋਂ ਪਹਿਲਾਂ ਅਸੀਂ ਕਾਲ ਤੋਂ ਮੁਕਤ ਹੋਣਾ ਵਾ। ਅਸੀਂ ਆਪਦੇ ਮੂਲ ਨਾਲ ਟੁੱਟੇ ਹੋਏ ਹਾਂ। ਜਦੋਂ ਆਤਮਾ ਸੱਚਖੰਡ ਤੋਂ ਟੁੱਟਦੀ ਹੈ, ਤ੍ਰੇਤਾ ਆ ਜਾਂਦਾ ਹੈ, ਅਵਸਥਾ ਦੇ 9 ਨੇ। ਫਿਰ ਦੁਆਪਰ ਗਰਭ ਜਨਮ ਲੈਂਦਾ ਹੈ, ਗਰਭ ਦੇ ਵਿੱਚ ਆ ਜਾਂਦਾ ਹੈ। ਤੀਜਾ ਫਿਰ ਇਹ ਚੌਥਾ ਕਲਯੁਗ ਦੇ ਵਿੱਚ, ਕਾਲਪਨਿਕ ਯੁੱਗ ਦੇ ਵਿੱਚ ਆ ਜਾਂਦਾ। ਇੱਥੇ ਨਾਮ ਆਧਾਰ ਹੈ, ਕੇਵਲ ਕਲਮੇ ਨਾਮ ਆਧਾਰ ਹੈ, ਸਤਿਗੁਰ ਸਮਝਾਉਂਦੇ। ਹੁਣ ਨਾਮ ਦੀ ਪ੍ਰਾਪਤੀ ਖਾਤਰ ਸਾਨੂੰ ਇਹ ਜੀਵਨ ਮਿਲਿਆ ਵਾ। ਹੂੰ ਆਇਆ ਦੂਰੋਂ ਚੱਲ ਕੇ ਤੱਕੀ ਤੋ ਸਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਵਾਏ ਜੀਓ। ਹੁਣ ਸਾਡਾ ਦੁੱਖਾਂ ਦਾ ਛੁਟਕਾਰਾ ਹੋਣਾ ਸੀ, ਪਰ ਅਸੀਂ ਤਾਂ ਗੁਰੂ ਨੂੰ ਹੀ ਉਪਦੇਸ਼ ਕਰਨ ਲੱਗੇ। ਸੁਣੀ ਤਾਂ ਹੈ ਹੀ ਨਹੀਂ ਬਾਣੀ। ਅਸੀਂ ਐਸੀ ਗਲਤੀ ਨਹੀਂ ਕਰਨੀ ਹੈ, ਜਨਮ ਬਾਰ-ਬਾਰ ਨਹੀਂ ਸਾਨੂੰ ਮਿਲਣਾ। ਸੰਸਾਰ ਤੁਸੀਂ ਕਿੰਨੇ ਵੱਡੇ ਵੀ ਬਣ ਜਾਓ, ਭੈ ਵਧੂਗਾ, ਘਟਦਾ ਨਹੀਂ ਹੈਗਾ। ਪਰ ਸਤਿਗੁਰ ਕੀ ਸਮਝਾਉਂਦੇ ਨੌਵੇਂ ਪਾਤਸ਼ਾਹ? ਪਤਤ ਉਦਾਹਰਨ ਭੈ ਹਰਨ। ਭੈ ਤੁਹਾਡਾ ਕੌਣ ਦੂਰ ਕਰੂ? ਤੁਹਾਡੇ ਅੰਦਰ ਹੀ ਵਸਦਾ ਵਾ ਉਹ, ਜਿਹੜਾ ਤੁਹਾਡਾ ਹਾਰਟ ਚਲਾਉਂਦਾ ਵਾ। ਉਹੀ ਤਾਂ ਹਰ ਹੈ, ਉਹਦਾ ਤਾਂ ਦਰਸ਼ਨ ਕਰਨਾ। ਉਹੀ ਤਾਂ 10ਵਾਂ ਦੁਆਰ ਹੈ, ਉਹੀ ਤਾਂ ਮਸੀਤ ਹੈ, ਉਹੀ ਤਾਂ ਮੰਦਰ ਹੈ, ਉਹੀ ਤਾਂ 10ਵਾਂ ਦੁਆਰ ਹੈ, ਉਹੀ ਤਾਂ ਚਰਚ। ਉੱਥੇ ਤਾਂ ਵਿਚਾਰ ਹੋਣੀ, ਉੱਥੇ ਤਾਂ ਭਗਤੀ ਸੁਰੀ ਹੋਣੀ ਹੈ, ਉਹੀ ਤਾਂ ਹਰਦੁਆਰ ਹੈ। ਪਰ ਸਾਨੂੰ ਕਿਵੇਂ ਪ੍ਰਾਪਤੀ ਹੋਊਗੀ ਉਹਦੀ? ਸਾਡੇ ਅੰਦਰ ਤਾਂ ਭੈ ਹੀ ਨਹੀਂ ਗਿਆ ਹਲੇ। ਕਿਉਂ ਨਹੀਂ ਗਿਆ? ਅਸੀਂ ਬਾਣੀ ਆਪ ਨਹੀਂ ਸੁਣੀ, ਲੋਕਾਂ ਨੂੰ ਸੁਣਾਉਣ ਲੱਗ ਗਏ। ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈਂਦੇ ਹਾਂ। कबीर औरों को उपदेश ते, मुख में पर है रेत, रास बगानी राखते, खाया घर का खेत। साडा जीवन ऐ चलिया जाता है। ਅਸੀਂ ਲੋਕਾਂ ਨੂੰ ਉਪਦੇਸ਼ ਕਰਦੇ ਹਾਂ, ਆਪ ਨਹੀਂ ਕਮਾਈ ਕੀਤੀ। ਪਹਿਲਾਂ ਭਾਈ ਆਪ ਕਮਾਈ ਕਰਨੀ ਹੈ, ਉਹਦੇ ਭਾਣੇ ਚੱਲਣਾ ਵਾ, ਆਪਦੇ ਘਰ ਪਹੁੰਚਣਾ। ਆਪ ਜਪੇ ਅਵਰੇ ਨਾਮ ਚ ਪਾਵੇ। ਪਰ ਉਹ ਤਾਂ ਪਹੁੰਚਾਂਗੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ ਅਨੁਸਾਰ ਚੱਲਾਂਗੇ। ਪਰ ਅਸੀਂ ਤਾਂ ਗੁਰੂ ਤੋਂ ਵੱਡਾ ਬਣਨ ਦੀ ਗਲਤੀ ਕਰੀ ਬੈਠੇ ਹਾਂ ਬਹੁਤ। ਪਿੱਛੇ ਆਪਾਂ ਸਲੋਕ ਕੀਤੇ ਭਗਤ ਕਬੀਰ ਜੀ ਦੇ। ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਬੂਢੋ ਕੋਈ, ਚੰਦਨ ਕੇ ਨਿਕਟੇ ਬਾਸ ਬਸੇ, ਬਾਂਸ ਸੁਗੰਧ ਨਾ ਹੋਈ। ਚੰਦਨ ਦੇ ਕੋਲ ਬਾਂਸ ਐਂ ਨਿਕਲ ਗਿਆ। ਐਵੇਂ ਮਨ ਹੰਕਾਰੀ ਇਹ ਐਂ ਗੁਰਬਾਣੀ ਕੋਲ ਦੀ ਨਿਕਲ ਜਾਂਦਾ। ਗੁਰੂਆਂ ਦੇ ਬੱਚੇ ਨੂੰ ਅਮਲ ਨਹੀਂ ਕਰਦਾ, ਲੋਕਾਂ ਨੂੰ ਉਪਦੇਸ਼ ਕਰਦਾ, ਆਪ ਨਹੀਂ ਕਮਾਈ ਕਰਦਾ। ਅਵਰ ਉਪਦੇਸੇ ਆਪ ਨਾ ਕਰੇ, ਆਬਤ ਜਾਬਤ ਜਨਮੇ ਮਰੇ। ਕੌਣ ਆਪਾਂ ਨੂੰ ਪਤਤ ਹੁੰਦਾ ਹੈ? ਆਪਦੇ ਮੂਲ ਨੂੰ ਟੁੱਟ ਕੇ ਦੁੱਖ ਸਾਗਰ 'ਚ ਆ ਜਾਣਾ, ਥੱਲੇ ਡਿੱਗ ਪੈਣਾ। ਫਰੀਦਾ ਜਿੰਨਾ ਵਿਸਾਰਿਓ ਨਾ, ਤੇ ਭੂਏ ਭਾਰਤੀ ਸਭ ਥੱਲੇ ਆ ਗਏ, ਜੰਮਣ ਮਰ 'ਚ ਆ ਗਏ। ਅਸੀਂ ਆਪਦੇ ਦੇਸ਼ ਨੂੰ ਛੱਡ ਕੇ ਨਿਰੰਕਾਰ ਕਾ ਦੇਸ਼ ਜਾਏ ਤਾਂ ਸੁੱਖ ਲਏ ਮਲ। ਹੁਣ ਨਿਰੰਕਾਰ ਦੇ ਦੇਸ਼ ਜਾਣਾ ਸੀ। ਨਿਰਾਕਾਰ ਦਾ ਹੀ ਬਾਣੀ ਦਾ ਗਿਆਨ ਕਰਾਉਂਦੀ ਹੈ। ਉਹ ਸਾਡੇ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਤਾਂ ਸਾਨੂੰ ਸੁਣਨ ਦੀ ਲੋੜ ਹੈ ਇਹਦੀ। ਇਹ 'ਚੋਂ ਸਾਨੂੰ ਗਿਆਨ ਪੈਦਾ ਹੋਣਾ, ਜਿਹਦੇ ਨਾਲ ਅਸੀਂ ਉਹ ਕੁਦਰਤ ਨੂੰ ਦੇਖਣਾ ਵਾ। ਪਰ ਇਸ ਤਾਂ ਆਪਦੀ ਮਤ ਨਹੀਂ ਚੱਲ ਪਏ। ਉਹ ਭਵਜਲ ਜਗਤ ਨਾ ਜਾਈ ਤਰਨਾ, ਗੁਰਮੁਖ ਤਰ ਹਰ ਤਾਰੀ। ਗੁਰੂ ਦੀ ਮਤ ਨਾਲ ਤਰਿਆ ਜਾਣਾ ਭਾਈ, ਸਾਡੀ ਮਤ ਨਾਲ ਨਹੀਂ ਤਰਿਆ ਜਾਣਾ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈਂਦੇ ਹਾਂ ਵੀ ਕੀ ਕਰੇ ਇਹ ਜੀਵ, ਕਿਵੇਂ ਬੇਨਤੀ ਕਰੇ। ਅੰਧਕੂਪ ਮੇ ਪਤਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਸਤਿਗੁਰ ਤਾਂ ਐਂ ਸਮਝਾਉਂਦੇ ਭਾਈ। ਅਸੀਂ ਹਨੇਰੇ ਦੇ ਖੂਹ 'ਚ ਪਤਤ ਡਿੱਗੇ ਹੋਏ ਹਾਂ, ਆਪਦੇ ਮੂਲ ਨਾਲ ਟੁੱਟੇ ਹੋਏ ਹਾਂ। ਹਰ ਬਿਸਰਤ ਸਦਾ ਖੁਆਰੀ, ਸਾਡੀ ਖੁਆਰੀ ਸ਼ੁਰੂ ਹੋਈ ਆ। ਇਹ ਬੇਨਤੀ ਕਰਨੀ ਆ ਆਪਾਂ ਭਾਈ। ਪਰ ਅਸੀਂ ਤਾਂ ਗੁਰੂ ਨਹੀਂ ਉਪਦੇਸ਼ ਕਰਨ ਲੱਗੇ, ਕਿਵੇਂ ਹਨੇਰੇ ਦੇ ਖੂਹ 'ਚੋਂ ਨਿਕਲਾਂਗੇ। ਅੰਧਕੂਪ ਮੈਂ ਪਤਤ ਵਿਕਰਾਲ, ਵਿਕਾਰਾਂ ਦਾ ਰੌਲਾ ਪੈ ਰਿਹਾ। ਮੋਹ ਲੋਭ ਵਿਕਾਰ ਸਾਰੇ ਰੌਲਾ ਪਾ ਰਹੇ। ਹਨੇਰੇ ਦਾ ਖੂਹ ਹੈ। ਇਹ ਦਿਆਲੂ ਕਿਰਪਾ ਕਰਕੇ ਸਾਨੂੰ ਕੱਢ ਲਾ। ਤੇਰੀ ਕਿਰਪਾ ਰਹਿਮਤ ਤੋਂ ਬਿਨਾਂ ਇੱਥੋਂ ਕੋਈ ਜੀਵ ਨਹੀਂ ਨਿਕਲ ਸਕਦਾ। ਉਹੀ ਤਾਂ ਬੇਨਤੀ ਕਰਨੀ ਸੀ।
ਜਨ ਆਇਆ ਠਾਕਰ ਪੇ ਬੇਨਤੀ ਕਰਨ। ਅਸੀਂ ਤਾਂ ਠਾਕਰ ਨੂੰ ਹੀ ਹੁਕਮ ਕਰਨ ਲੱਗ ਗਏ ਭਾਈ, ਤਾਂ ਕਰਕੇ ਸਾਡਾ ਜੀਵਨ ਇਹੋ ਜਿਹਾ ਹੁੰਦਾ। ਸਾਨੂੰ ਕਾਲ ਨਹੀਂ ਛੱਡਦਾ ਹੈਗਾ। ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਵੱਡਾ ਨੀਰੇ। ਇਹ ਨਾਥ ਜਿਹਦਾ ਕੋਈ ਨਾਥ ਨਾ ਹੋਵੇ, ਆਪਾਂ ਉਹਦੀ ਸ਼ਰਨ ਜਾਣਾ। ਉਹ ਨਾਥ ਹੈ, ਸਾਰਿਆਂ ਦੇ ਨੱਥ ਪਾਈਏ। ਉਹ ਨਹੀਂ ਸਾਡਾ ਭੈ ਦੂਰ ਕਰਨਾ ਵਾ। ਇਹ ਸਾਡੇ 'ਚ ਗੁਣ ਪੈਦਾ ਹੋਣੇ ਆ। ਨਿਰਭਉ ਜਪੇ ਸਗਲ ਭਉ ਮਿਟੇ। ਅਸੀਂ ਨਿਰਭਉ ਨੂੰ ਜਪਾਂਗੇ, ਸਮਝਾਂਗੇ, ਸਾਨੂੰ ਗਿਆਨ ਪੈਦਾ ਹੋਊਗਾ, ਸਾਡਾ ਭੈ ਖਤਮ ਹੋ ਜੂ। ਭੈ ਤੋਂ ਭਾਵ ਚਿੰਤਾ ਖਤਮ ਹੋ ਜੂ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ ਸੁਖਮਨੀ ਸਾਹਿਬ ਦੇ। ਚਿੰਤਾ ਜਾਏ ਮਿਟੇ ਹੰਕਾਰ। ਜਦ ਤੱਕ ਚਿੰਤਾ ਨਹੀਂ ਜਾਂਦੀ, ਚਿੰਤਾ ਕਿਉਂ ਹੈ ਸਾਨੂੰ ਗਿਆਨ ਹੀ ਤਾਂ ਚਿੰਤਾ ਕਰਦੇ ਹਾਂ ਅਸੀਂ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਕਹੋ ਨਾਨਕ ਤਹਿ ਜਾਨੀਏ ਸਦਾ ਬਸ ਤੁਮ ਸਦ। ਬਾਹਰ ਕਿੱਥੇ ਭਾਲਦਾ ਫਿਰਦਾ ਭਾਈ? ਜਿਹੜਾ ਤੈਨੂੰ ਭੈ ਦੂਰ ਕਰਨਾ, ਜਿਹਨੇ ਤੇਰਾ ਸੰਸਾਰ 'ਚੋਂ ਖਹਿੜਾ ਛਡਾਉਣਾ, ਤੇਰੇ ਅੰਦਰ ਹੀ ਵਸਦਾ। ਅੰਤਰ ਦੇਵ ਨਾ ਜਾਣੇ ਅੰਧ। ਉਹੀ ਤਾਂ ਦੇਵ ਲੋਕ ਆ, ਉੱਥੇ ਤਾਂ ਸਾਡੀ ਭਗਤੀ ਸ਼ੁਰੂ ਹੋਣੀ ਆ। ਅਸੀਂ ਤਾਂ ਇੱਥੇ ਮ੍ਰਿਤ ਲੋਕ 'ਚ ਹੀ ਭਗਤੀ ਕਰੀ ਜਾਂਦੇ। ਇੱਥੇ ਭਗਤੀ ਕਿਵੇਂ ਹੋਊਗੀ? ਇਹ ਤਾਂ ਸਰੀਰ ਛੱਡਣਾ ਸੀ। ਸਰੀਰ ਛੱਡਣ ਤੋਂ ਪਹਿਲਾਂ ਅਸੀਂ ਗਿਆਨ ਲੈ ਕੇ ਧਿਆਨ ਕੇਂਦਰ ਕਰਕੇ ਆਪਦੇ ਸਹਿਜ ਦੁਨੀਆ 'ਚ ਪਹੁੰਚਣਾ। ਉੱਥੇ ਸਾਡੀ ਭਗਤੀ ਸ਼ੁਰੂ ਹੋਣੀ ਹੈ। ਇਹ ਮ੍ਰਿਤ ਲੋਕ ਥੋੜ੍ਹੀ ਭਗਤੀ ਹੁੰਦੀ ਹੈ, ਇਹ ਤਾਂ ਮੜੀ ਹੈ। ਮਿਰਤ ਕਹੀਏ ਨਾਨਕਾ ਜਿਸ ਹਿਰਦੇ ਪ੍ਰੀਤ ਨਹੀਂ ਭਗਵੰਤ। ਮ੍ਰਿਤਕ ਹਾਂ ਅਸੀਂ, ਮਾਇਆ ਕੰਨੀ ਜਾਗਦੇ ਹਾਂ, ਨਾਮ ਕੰਨੀ ਸੁੱਤੇ ਪਏ ਹਾਂ। ਕੋਈ ਸਤਿਗੁਰ ਸਮਝਾਉਂਦੇ ਆ, ਭਾਈ ਜੀ ਨੇ ਤੇਰਾ ਭੈ ਦੂਰ ਕਰਨਾ ਹੈ, ਤੈਨੂੰ ਇੱਥੋਂ ਕੱਢਣਾ, ਤੇਰੇ ਨਾਲ ਤਾਂ ਹੈਗਾ। ਇਹ ਫਿਰ ਗੁਰਬਾਣੀ ਦੇ ਸ਼ਬਦ ਤੋਂ ਬਾਅਦ, ਗਿਆਨ ਤੋਂ ਬਾਅਦ ਜਿਹੜੀ ਸਾਡੀ ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ। ਹਰਿਦੁਆਰ ਚਲੇ ਜਾਂਦੀ ਹੈ, ਐਂ ਕਹਿ ਲਓ ਹਰਿਦੁਆਰ ਨੂੰ ਦਰਸ਼ਨ ਹੋ ਜਾਂਦਾ ਹੈ। ਦਰਸ਼ਨ, ਪਰਸਣ, ਸਰਸਣ, ਹਰਸਣ, ਇਹ 4 ਅਵਸਥਾ ਨੇ, ਆਤਮਾ ਦੀਆਂ ਸਟੇਜਾਂ ਨੇ। ਅਸੀਂ ਪ੍ਰਾਪਤ ਕਰਨੀ ਹੈ, ਪਰ ਇਹ ਤਾਂ ਪ੍ਰਾਪਤ ਹੋਣਗੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ ਅਸੀਂ। ਦਰਸ਼ਨ ਹੁੰਦਾ ਹੈ ਗਿਆਨ, ਗਿਆਨ ਤੋਂ ਬਾਅਦ ਫਿਰ ਮਨ ਟਿਕ ਜਾਂਦਾ ਹੈ। ਬੁੱਧੀ ਆਪਦੇ ਮੂਲ ਹਾਰ ਨੂੰ ਸਮਝ ਲੈਂਦੀ ਹੈ, ਪਰਸ ਲੈਂਦੀ ਹੈ, ਫਿਰ ਖੁਸ਼ ਰਹਿਣ ਲੱਗ ਜਾਂਦੀ ਹੈ, ਚਿੰਤਾ ਤੋਂ ਮੁਕਤ ਹੋ ਜਾਂਦੀ ਹੈ। ਗੁਣ ਪੈਦਾ ਹੋ ਜਾਂਦੇ ਨੇ। ਨਿਰਭਉ ਦਾ ਗੁਣ ਪੈਦਾ ਹੋ ਜਾਂਦਾ, ਨਿਰਵੈਰ ਹੋ ਜਾਂਦਾ, ਕਾਲ ਤੋਂ ਮੁਕਤ ਹੋ ਜਾਂਦਾ, ਜੂਨੀ ਸਰੀਰ ਤੋਂ ਜਿਉਂਦਾ ਹੀ ਮੁਕਤ ਹੋ ਜਾਂਦਾ। ਫਿਰ ਇਹ ਹਰ 'ਚ ਲੈ ਹੋ ਜਾਂਦੀ ਹੈ। ਉਹਨੂੰ ਕਹਿੰਦੇ ਆ ਅੰਤਰ ਕੀ ਦੁਵਿਧਾ ਅੰਤਰ ਮਰੇ। ਆਤਮਾ ਪ੍ਰਾਤਮਾ ਇੱਕ ਹੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਇੱਕ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਸਾਡੀ ਭਗਤੀ ਸ਼ੁਰੂ ਹੋਣੀ ਹੈ। ਇੱਕ ਤਾਂ ਅਸੀਂ ਹੋਏ ਨਹੀਂ, ਹਲੇ ਭਗਤੀ ਪਹਿਲਾਂ ਸ਼ੁਰੂ ਕਰਤੀ। ਅਗਿਆਨੀ ਹੈ, ਸਾਨੂੰ ਗਿਆਨ ਨਹੀਂ ਹੈਗਾ। ਗਿਆਨੀ ਗੁਰ ਬਿਨ ਭਗਤ ਨਾ ਹੋਈ। ਗਿਆਨੀ ਤਾਂ ਬਣ ਗਿਆ ਸਰੀਰ ਕਰਕੇ ਤੂੰ, ਪਰ ਗਿਆਨ ਤੋਂ ਬਿਨਾਂ ਭਗਤੀ ਕਿਹਦੀ ਕਰੇਗਾ? ਕਿਹਦੇ ਨਾਲ ਧਿਆਨ ਲਾਉਣਾ? ਜਿਹਦੇ ਨਾਲ ਧਿਆਨ ਲਾਉਣਾ ਪਹਿਲਾਂ ਗਿਆਨ ਕਰਾਉਂਦੀ ਹੈ ਗੁਰਬਾਣੀ ਉਹਦਾ। ਇਹ ਜੀਵ ਇੱਕ ਹੋਣ ਆਇਆ, ਇਹ ਜੁਗ ਮੇ ਇੱਕ ਕੋ ਆਇਆ, ਜਨਮਤ ਮੋਇਆ ਮੋਣੀ ਮਾਇਆ। ਮਾਇਆ ਨੇ ਮੋਹ ਲਿਆ, ਮਾਇਆ 'ਚ ਹੁਣ ਨਿਕਲਣਾ ਸੀ, ਇੱਕ ਹੋਣਾ ਵਾ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਬਾਣੀ ਮਾਈ ਨੇ ਜੀਵਨ ਸਾਜਣਾ। ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਤੁਮਕੋ ਬਿਸਰੋ ਹਰ ਸਦਾ ਭਜੋ ਜਗਦੀਸ਼। ਬਾਣੀ ਤਾਂ ਅਸੀਸ ਦਿੰਦੀ ਹੈ ਮਾਤਾ ਭਾਈ। ਜਿਹੜੇ ਸਾਡੇ ਸੰਸਾਰੀ ਮਾਂ ਪਿਓ ਨੇ ਸਰੀਰ ਕਰਕੇ ਨੇ, ਆਤਮਾ ਦਾ ਰਿਸ਼ਤਾ ਤਾਂ ਪ੍ਰਾਤਮਾ ਨਾਲ ਹੈ। ਕੋਈ ਸਤਿਗੁਰ ਸਮਝਾਉਂਦੇ ਨੇ ਭਾਈ ਤੇਰੇ ਨਾਲ ਹੀ ਵਸਦਾ, ਬਾਹਰ ਕਿੱਥੇ ਭਾਲਦਾ, ਬਾਹਰ ਕਿੱਥੇ ਲੱਭਦਾ। ਸਭ ਕਿਛ ਕਰਮੇ ਬਾਹਰ ਕਿਸ ਨਾਹੀ, ਬਾਹਰ ਟੋਲੇ ਸੋ ਭਰਮ ਭਲਾਈ। ਪਰ ਤਰੀਬ ਨੂੰ, ਦੁਨੀਆ ਨੂੰ ਅਸੀਂ ਕਿਵੇਂ ਜਾਈਏ? ਮੋਖ ਦੁਆਰ ਕਿਵੇਂ ਸਾਨੂੰ ਮਿਲੇ? ਉਹ ਤਾਂ ਗਿਆਨ ਦੀ ਦ੍ਰਿਸ਼ਟੀ ਸਾਨੂੰ ਜਦੋਂ ਹੋਊਗੀ, ਦਿਵ ਦ੍ਰਿਸ਼ਟੀ, ਸਤਿਗੁਰਾਂ ਦੀ ਕਿਰਪਾ ਹੋਊ, ਫੇਰ ਹੀ ਅਸੀਂ ਅੰਦਰ ਝਾਕਾਂਗੇ। ਜਿਹੜੀ ਸਾਡੇ ਕੋਲ ਬੁੱਧੀ ਉਹ ਤਾਂ ਸੰਸਾਰੀ ਹੈ, ਉਹ ਤਾਂ ਛੱਡਣੀ ਹੈ ਅਸੀਂ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਗੁਰ ਕੀ ਮਤੂ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਹਰ ਦੀ ਭਗਤੀ ਤੋਂ ਬਿਨਾਂ ਡੁੱਬ ਕੇ ਅਸੀਂ ਡੁੱਬਿਆ ਕਿ ਨਹੀਂ ਜਾਈ ਜਾਂਦੇ, ਨਾਲ ਆਪ ਡੁੱਬ ਜਾਂਦੇ ਹਾਂ। ਇਹ ਕੰਮ ਨਹੀਂ ਕਰਨਾ, ਬਹੁਤ ਮੁਸ਼ਕਿਲ ਹੈ। ਮਨੁੱਖਾਂ ਦੇ ਹੀ ਮਿਲਦੀ ਹੈ ਸਾਨੂੰ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੋ ਬਾਰ, ਜਿਉਂ ਬਨ ਫਲ ਪਾ ਕੇ ਭੂਹੇ ਗਰੇ, ਬਹੁਰ ਨਾ ਲਾਗੇ ਡਾਰ। ਉਹ ਸਤਿਗੁਰ ਸਮਝਾਉਂਦੇ ਨੇ ਭਾਈ ਤੁਹਾਡੇ ਨਾਲ ਹੀ ਵਸਦਾ। ਕਿਵੇਂ ਬੇਨਤੀ ਕਰੀਏ? ਆਪਾਂ ਸਤਿਗੁਰਾਂ ਦੇ ਬਚਨ ਲੈਂਦੇ ਹਾਂ। ਧਨਾਸਰੀ ਮਹੱਲਾ 5ਵਾਂ, ਪੰਚਮ ਪਾਤਸ਼ਾਹ ਦੇ ਆਪਾਂ ਲੈਂਦੇ ਹਾਂ। ਕਿਵੇਂ ਬੇਨਤੀ ਕਰੀਏ? ਪਾਣੀ ਪੱਖਾ ਪੀਸੂ ਸੰਤ ਆਗੇ, ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰੇ, ਇਹੋ ਵਿਸਰਾਮ ਨਿਧ ਪਾਈ। ਇਹ ਕਿਹਨਾਂ ਨੂੰ ਪ੍ਰਾਪਤੀ ਹੁੰਦੀ ਹੈ? ਜਿਹੜੇ ਸਾਂਸ ਸਾਂਸ ਸਿਮਰਦੇ ਨੇ, ਗੁਰਸ਼ਬਦ ਦੀ ਵਿਚਾਰ 'ਚ ਲੱਗੇ ਰਹਿੰਦੇ ਨੇ। ਪਹਿਲਾਂ ਅਸੀਂ ਇਹਨੂੰ ਪੜ੍ਹਦੇ ਵਿਚਾਰਦੇ ਰਹਿੰਦੇ ਹਾਂ, ਫਿਰ ਸਾਡਾ ਧਿਆਨ ਕੇਂਦਰ ਹੋ ਜਾਂਦਾ ਹੈ, ਗਿਆਨ ਹੋ ਜਾਂਦਾ ਸਾਨੂੰ। ਗਿਆਨ ਨਾਲ ਫਿਰ ਧਿਆਨ ਲੱਗਣ ਲੱਗ ਜਾਂਦਾ ਵਾ। ਹੁਣ ਅੰਦਰੋਂ ਸਤਿਗੁਰ ਸਮਝਾਉਂਦੇ ਨੇ, ਕਹਿੰਦੇ ਪਾਣੀ ਪੱਖਾ ਪੀਸੂ ਸੰਤ ਆਗੇ। ਸੰਤ ਜਿਹੜਾ ਹੈਗਾ ਵਾ, ਸੰਤ ਲੋਕ, ਜਦੋਂ ਸਾਡੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਜਦੋਂ ਮਨ ਨੂੰ ਅਸੀਂ ਸਾਧ ਲੈਂਦੇ ਹਾਂ, ਮਨ ਨੂੰ ਸਾਧਨ ਦਾ ਹੀ ਕਾਜ ਹੈ ਬਾਣੀ।
ਸਾਰੀ ਜਿੰਨੀ ਬਾਣੀ ਹੈ ਮਨ ਨੂੰ ਉਪਦੇਸ਼ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਜਦੋਂ ਮਨ ਸਾਧਿਆ ਜਾਂਦਾ ਵਾ ਤੈਨੂੰ ਸਿੱਧੀ ਪ੍ਰਾਪਤ ਹੁੰਦੀ ਹੈ, ਫਿਰ ਇੱਕ ਹੋ ਜਾਂਦੇ ਨੇ। ਉਹਨੂੰ ਸੰਤ ਵੀ ਕਿਹਾ, ਬਾਣੀ ਸਤਿਗੁਰ ਵੀ ਕਿਹਾ। ਉਹ ਸਤਿਗੁਰ ਪ੍ਰਗਟ ਕਰਕੇ ਸਤਿਗੁਰਾਂ ਦੀ ਬਾਣੀ ਰਚੀ ਹੈ, ਭਗਤ ਜਨਾਂ ਦੀ ਬਾਣੀ ਹੈ ਆਪਣੇ ਕੋਲੇ। ਸਤਿਗੁਰ ਕੀ ਸਮਝਾ ਰਹੇ ਨੇ? ਪਾਣੀ ਪੱਖਾ ਪੀਸੂ ਸੰਤ ਆਗੇ, ਗੁਣ ਗੋਬਿੰਦ ਜਸ ਗਾਈ। ਪਾਣੀ ਹੁੰਦਾ ਜਿਹੜੀਆਂ ਆਤਮਾ ਗੁਰਸਿੱਖ ਸ਼ਬਦ ਦੀ ਕਮਾਈ ਕਰਦੇ ਨੇ, ਜਿਨ੍ਹਾਂ ਨੂੰ ਪਿਆਸ ਲੱਗੀ ਹੈ ਨਾਮ ਦੀ, ਉਹ ਗੁਰਸਿੱਖ ਜਿਨ੍ਹਾਂ ਨੇ ਕਮਾਈ ਕੀਤੀ ਹੁੰਦੀ ਹੈ, ਉਹ ਫਿਰ ਪਾਣੀ ਰੂਪੀ ਜਲ ਨਾਮ ਉਹਨਾਂ ਨੂੰ ਗੁਰਬਾਣੀ ਦੇ ਵਿਚਾਰ ਰਾਹੀਂ ਪਿਲਾਉਂਦੇ ਨੇ। ਇਹ ਸਭ ਤੋਂ ਵੱਡੀ ਸੇਵਾ ਵਾ। ਆਪ ਜਪੇ ਅਵਰੇ ਨਾਮ ਜਪਾਵੇ। ਅੰਦਰੋਂ ਜਦੋਂ ਮਨ ਬੁੱਧੀ ਵਿਚਾਰਦੇ ਨੇ, ਉਹਨੂੰ ਪਾਣੀ ਪੱਖਾ ਕਿਹਾ। ਜਾਂ ਪੱਖਾ ਚੱਲਦਾ ਹੈ, ਅੰਦਰੋਂ ਮਨ ਬੁੱਧੀ ਵਿਚਾਰ ਕੇ ਫਿਰ ਬਾਹਰ ਬੋਲਦੇ ਨੇ, ਉਹਨੂੰ ਪਸੰਤੀ ਵੀ ਕਿਹਾ। ਬਾਣੀ ਦੇ ਬੋਲਣ ਤੱਕ 4 ਰੂਪ ਦੱਸੇ ਗਏ ਨੇ, ਉਹ ਅੱਗੇ ਵਿਚਾਰਾਂਗੇ ਆਪਾਂ। ਸੰਤ ਆਗੇ ਗੁਣ ਗੋਬਿੰਦ ਜਸ ਗਾਈ। ਉਹ ਗੋਬਿੰਦ ਦੇ ਗੁਣ ਗਾਉਂਦੇ ਨੇ, ਉਹ ਜਸ ਗਾਉਂਦੇ ਨੇ। ਉਹੀ ਨਿਸ਼ਾਨੀ ਹੁੰਦੀ ਹੈ ਉਹਨਾਂ ਦੀ, ਜਿਨ੍ਹਾਂ ਦੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ। ਉਹੀ ਤਾਂ ਗੁਰਸਿੱਖ ਨੇ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਸ ਨਹੀਂ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ। ਅੰਤਰ ਆਤਮਾ ਨਾਲ ਮਿਲਣ ਤੋਂ ਬਾਅਦ ਹੀ ਇਹ ਸੰਸਾਰ ਤੋਂ ਮੁਕਤ ਹੁੰਦਾ। ਫਿਰ ਤਾਂ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਜਦੋਂ ਗੁਣ ਗਾਉਂਦਾ ਰਹਿੰਦਾ, ਫਿਰ ਉਦੋਂ ਬਾਅਦ ਇਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਸਾਂਸ ਮਨ ਨਾਮ ਸੰਭਾਰੇ, ਇਹ ਵਿਸ਼ਰਾਮ ਨਿਧ ਪਾਈ। ਇੱਕ ਆਰਾਮ ਹੁੰਦਾ, ਇੱਕ ਵਿਸ਼ਰਾਮ ਹੁੰਦਾ ਹੈ। ਜਿਵੇਂ ਜਿਵੇਂ ਅਸੀਂ ਗੁਰਬਾਣੀ ਨੂੰ ਵਿਚਾਰਦੇ ਹਾਂ, ਸਾਨੂੰ ਸ਼ਾਂਤੀ ਆਉਂਦੀ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਪਰ ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਆਪਦੇ ਦੇਵਲੋਕ ਪਹੁੰਚ ਜਾਂਦਾ, ਜਿਹਨੂੰ ਹਰਿਦੁਆਰ ਵੀ ਕਿਹਾ ਵਾ, 10ਵਾਂ ਦਵਾਰ ਵੀ ਕਿਹਾ, ਉੱਥੇ ਵਿਸ਼ਰਾਮ। ਉਦੋਂ ਬਾਅਦ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਉਦੋਂ ਬਾਅਦ ਚੱਲਣਾ ਨਹੀਂ ਹੈਗਾ, ਉਦੋਂ ਬਾਅਦ ਤਾਂ ਸਮਾਉਣਾ ਹੀ ਹੈ। ਵਿਸ਼ਰਾਮ ਹੁੰਦਾ ਜਿੱਥੇ ਲਾਸਟ ਜਾ ਕੇ, ਜਿੱਥੇ ਆਪਾਂ ਚੱਲਣਾ ਨਹੀਂ, ਗਵਨ ਨਹੀਂ ਕਰਨਾ, ਉਹਨੂੰ ਵਿਸ਼ਰਾਮ ਕਹਿੰਦੇ ਨੇ। ਆਰਾਮ ਹੁੰਦਾ ਜਦੋਂ ਆਪਾਂ ਸਫ਼ਰ ਕਰਕੇ ਤੁਰਨਾ ਹੋਵੇ, ਥੋੜ੍ਹਾ ਆਰਾਮ ਕਰ ਲਈਏ, ਸੰਸਾਰੀ ਭਾਵ ਵੀ ਜੇ ਆਪਾਂ ਲੈ ਲਈਏ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੇ ਮੇਰੇ ਠਾਕਰ, ਸਦਾ ਸਦਾ ਤੁਧ ਧਿਆਈ। ਸਤਿਗੁਰ ਤਾਂ ਸਮਝਾਉਂਦੇ ਨੇ ਵੀ ਇਹ ਮੰਗਣਾ ਭਾਈ, ਇਹ ਦਾਤਾ ਦਇਆ ਕਰੋ, ਕਿਰਪਾ ਕਰੋ ਮੇਰੇ ਸਾਈਂ। ਦੀਨ ਦੁਨੀਆ ਤੇਰੀ ਟੈਕ, ਸਭ ਮੇ ਰਵਿਆ ਸਾਹਿਬ ਏਕ। ਤੇਰੀ ਕਿਰਪਾ ਨਾਲ ਸਾਰਾ ਸੰਸਾਰ ਖੜਾ ਹੈ। ਦਾਤਾ ਸਾਡੇ 'ਤੇ ਰਹਿਮਤ ਕਰ ਦੇ। ਕੀ ਰਹਿਮਤ ਕਰ ਦੇ? ਐਸੀ ਮਤ ਦੀਜੇ ਮੇਰੇ ਠਾਕਰ, ਸਾਨੂੰ ਤਾਂ ਐਸੀ ਮਤ ਦੇ ਦੇ, ਤੇਰੇ ਨਾਲ ਧਿਆਨ ਟੁੱਟੇ ਹੀ ਨਾ। ਇਹੀ ਤਾਂ ਮੰਗਣਾ ਭਾਈ। ਉਹੀ ਸਤਿਗੁਰ ਸਮਝਾ ਰਹੇ ਨੇ ਸੁਖਮਨੀ ਸਾਹਿਬ। ਗੁਰ ਕੀ ਮਤ ਤੂੰ ਲਿਹੋ ਆਣੇ, ਭਗਤੀ ਬਣਾ ਬੈ ਡੂਬੇ ਸਾਣੇ। ਗੁਰ ਕੀ ਮਤ ਨੇ ਪੁੱਤ ਪਾਰ ਨਿਕਲਣਾ ਭਾਈ। ਇਹੀ ਤਾਂ ਵਿਧੀ ਹੈ ਪਾਰ ਨਿਕਲਣ ਦੀ। ਪਾਰ ਅਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਇਹੀ ਤਾਂ ਮਤ ਮੰਗਣੀ ਅਸੀਂ ਭਾਈ, ਸੁਮਤ ਮੰਗਣੀ ਆ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਰਹਾਓ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਬਿਨਸ ਜਾਏ ਪਰਮਾਈ। ਆਨੰਦ ਰੂਪ ਰਵਿਓ ਸਭ ਮਦੇ, ਜਤ ਕਤ ਪੇਖੂ ਜਾਈ। ਸਤਿਗੁਰ ਸਮਝਾਉਂਦੇ ਨੇ ਆਪਣੀ ਮੱਤ ਨਾਲ ਇੱਥੋਂ ਕੋਈ ਨਹੀਂ ਨਿਕਲਿਆ ਅੱਜ ਤੱਕ। ਉਹਦੀ ਕਿਰਪਾ ਤੋਂ ਬਿਨਾਂ ਇਹ ਮੋਹ ਮਾਨ ਸੰਸਾਰ ਦਾ ਜਾਲ ਨਹੀਂ ਛੁੱਟਦਾ ਹੈਗਾ। ਇਹੀ ਤਾਂ ਬੇਨਤੀ ਕਰਨੀ ਹੈ, ਦਾਤਾ ਕਿਰਪਾ ਰਹਿਮਤ ਕਰ ਦੇ। ਆਪਾਂ ਸੁਖਮਨੀ ਸਤਿਗੁਰਾਂ ਦੇ ਵਚਨ ਲੈਂਦੇ ਹਾਂ ਸ਼ਲੋਕ ਦੇ। ਕਾਮ ਕ੍ਰੋਧ ਔਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ। ਉਹੀ ਤਾਂ ਸਤਿਗੁਰ ਸਮਝਾ ਰਹੇ ਨੇ। ਹੇ ਗੁਰਦੇਵ ਕਿਰਪਾ ਕਰ ਦੇ, ਗਿਆਨ ਦੇ ਦੇ, ਇਹਦਾ ਜਮਾਂ ਤੋਂ ਖਹਿੜਾ ਛੁੱਟ ਜਾਵੇ। ਕਿਵੇਂ ਛੱਡਣਗੇ ਜਮ? ਹਰ ਹਰ ਨਾਮ ਜਪੰਤਿਆਂ, ਕਿਛ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਜੇ ਭਾਈ ਗੋਪਾਲ ਦਾ ਦਰਸ਼ਨ ਕਰਨਾ ਤਾਂ ਸਾਨੂੰ ਗਿਆਨ ਲੈਣਾ ਪਊ। ਗਿਆਨ ਨਾਲ ਹੀ ਕੁਦਰਤ ਨੂੰ ਸਮਝਣਾ, ਉਹਦੇ ਨਾਲ ਹੀ ਅਨੁਭਵ ਕਰਨਾ ਹੈ। ਅਸੀਂ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈ। ਨਿਰਾਕਾਰ ਦੁਨੀਆ ਬਾਰੇ ਸਾਨੂੰ ਸਮਝਾ ਰਹੇ ਅਨੇਕਾਂ ਉਪਦੇਸ਼ ਦੇ ਕੇ ਸਤਿਗੁਰ, ਉਹ ਤਾਂ ਸਮਝਣ ਖਾਤਰ ਨੇ ਸਾਰੇ। ਆਓ ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਤੇਰੀ ਕਿਰਪਾ ਨਾਲ ਮੋਹ ਮਾਨ ਛੁੱਟ ਜਾਂਦਾ ਦਾਤਾ। ਉਹ ਸਾਰਿਆਂ ਦੇ ਅੰਦਰ ਆਨੰਦ ਰੂਪ ਹੈ ਭਾਈ। ਮਿੱਠ ਬੋਲੜਾ ਹਰ ਸੱਜਣ ਸੁਆਮੀ ਮੇਰਾ। ਹਰ ਤਾਂ ਮਿੱਠ ਬੋਲਦਾ ਹੈ ਭਾਈ। ਜਿਹੜੀ ਮਨ ਬੁੱਧੀ ਹੈ ਇੱਥੇ ਕਲਪਨਾ ਵਾ, ਇਹੀ ਤਾਂ ਛੱਡ ਕੇ ਜਾਣਾ ਆਪਾਂ, ਸਹਿਜ ਦੁਨੀਆ 'ਚ ਜਾਣਾ ਵਾ। ਉਹ ਆਨੰਦ ਰੂਪ ਹੈ। ਜਦੋਂ ਆਪਾਂ ਅੰਦਰ ਚਲੇ ਜਾਂਦੇ ਹਾਂ, ਆਪਾਂ ਸੁਖਮਨੀ ਸਾਹਿਬ ਦੇ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਜਿਹੜੀ ਆਤਮਾ ਪ੍ਰਾਤਮਾ ਨਾਲ ਮਿਲ ਜਾਂਦੀ ਹੈ, ਆਨੰਦ ਰੂਪ
ਮੰਗਲ ਸਦ ਜਾ ਕੇ ਉਹਦੇ ਘਰ ਖੁਸ਼ੀਆਂ ਰਹਿੰਦੀਆਂ ਨੇ, ਮੰਗਲ ਗਾਏ ਜਾਂਦੇ ਨੇ। ਸਾਡੇ ਘਰ ਕੀ ਹੈ, ਗਮੀਆਂ ਰਹਿੰਦੀਆਂ ਨੇ। ਇਹ ਘਰ ਛੱਡ ਕੇ ਚਲੇ ਜਾਣਾ। ਜੇ ਆਪਾਂ ਬਾਬਾ ਫਰੀਦ ਜੀ ਦਾ ਸ਼ਲੋਕ ਲਈਏ ਤਾਂ ਥੋੜ੍ਹਾ ਆਪਾਂ ਨੂੰ ਹੋਰ ਪਤਾ ਲੱਗੂਗਾ। ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ, ਜਿਤ ਪਿੰਜਰੇ ਮੇਰਾ ਸੌ ਬਸੇ, ਮਾਸ ਨ ਤਿਦੂ ਖਾਏ। ਇੱਥੋਂ ਆਪਾਂ ਨੂੰ ਇਹ ਸੇਧ ਮਿਲਦੀ ਹੈ ਬਾਬਾ ਫਰੀਦ ਜੀ ਦੀ, ਵੀ ਇਹ ਮਨਾ ਜੇ ਤੂੰ ਬਸਣਾ ਚਾਹੁੰਦਾ ਵਾ, ਸਹਿਜ ਦੁਨੀਆ ਜਾਣਾ ਚਾਹੁੰਦਾ, ਇਹ ਕਲਯੁਗ ਚੋਂ ਛੁਟਕਾਰਾ ਪਾਉਣਾ ਚਾਹੁੰਦਾ, ਗੁਰੂ ਦਾ ਗਿਆਨ ਲੈ ਕੇ ਸ਼ਬਦ ਦਾ, ਪਾਰ ਨਿਕਲ ਜਾ ਇੱਥੋਂ, ਉੱਡ ਜਾ ਇੱਥੋਂ, ਆਪਦੇ ਘਰ ਜਾ ਕੇ ਬਸ ਜਾ, ਨਹੀਂ ਤਾਂ ਤੈਨੂੰ ਇੱਥੋਂ ਸਰੀਰ ਚੋਂ ਕੱਢ ਲੈਣਾ ਵਾ। ਆਪਾਂ ਬਾਬਾ ਫਰੀਦ ਜੀ ਦਾ ਦੂਆ ਸ਼ਲੋਕ ਲੈ ਲੈਂਦੇ ਹਾਂ। ਜੇ ਆਪਾਂ ਨਹੀਂ ਭਗਤੀ ਕਰਾਂਗੇ, ਨਹੀਂ ਉਹਦੇ ਗੁਣ ਗਾਵਾਂਗੇ, ਫਿਰ ਕਿਹੜਾ ਸਾਨੂੰ ਕਾਲ ਨੇ ਛੱਡ ਦੇਣਾ। ਫਰੀਦਾ ਗੋਰ ਨਿਮਾਣੀ ਸੰਧ ਕਰੇ, ਨਿਘਰਿਆਂ ਕਰਾਓ, ਸਰ ਪਰ ਇੱਥੇ ਆਵਣਾ, ਮਰਨੋਂ ਨਾ ਡਰਿਆਓ। ਮਰਨਾ ਤਾਂ ਹੈ ਹੀ ਭਾਈ, ਸਰੀਰ ਤਾਂ ਛੱਡਣਾ ਹੀ ਹੈ। ਸਾਡਾ ਜਾਣ ਨੂੰ ਜੀ ਨਹੀਂ ਕਰਦਾ ਤਾਂ ਕੀ ਹੋਇਆ, ਸਮਾਂ ਆ ਗਿਆ, ਜਾਣਾ ਹੀ ਪੈਣਾ। ਬਾਰੀ ਆਪੋ ਆਪਣੀ ਚੱਲੇ ਸੇਖ ਮਸੈਕ, ਆਨੰਦ ਰੂਪ ਰਵਿਓ ਸਭ ਬਦੇ। ਸਾਰਿਆਂ ਦੇ ਵਿੱਚ ਆ ਭਾਈ, ਉਹੀ ਤਾਂ ਦਰਸ਼ਨ ਕਰਨਾ ਸੀ। ਜਦ ਕਤ ਪੇਖੂ ਜਾਏ, ਜਿੱਥੇ ਕਿੱਥੇ ਵੀ ਸਾਰਾ ਉਹ ਦਰਸ਼ਨ ਹੋ ਜਾਂਦਾ ਗੁਰਸਿੱਖਾਂ ਨੂੰ। ਉਹ ਆਤਮਾ ਨੂੰ ਦੇਖਦੇ ਨੇ ਅੰਦਰ, ਸਰੀਰ ਤੋਂ ਉੱਪਰ ਉੱਠ ਖੜ੍ਹਦੇ ਨੇ। ਸਰੀਰ ਨਾਲ ਨਹੀਂ ਰਿਸ਼ਤਾ ਹੁੰਦਾ, ਸਰੀਰ ਨਾਲ ਰਿਸ਼ਤਾ ਤਾਂ ਮਾਇਆ ਦੇ ਜਿਹੜੇ ਲੋਕ ਹੁੰਦੇ ਨੇ ਉਹੀ ਰੱਖਦੇ ਹੁੰਦੇ ਨੇ। ਜਿਹੜੇ ਮਾਇਆ ਪਾਰ ਕਰ ਜਾਂਦੇ ਨੇ, ਉਹ ਸਰੀਰ ਤੋਂ ਉੱਪਰ ਉੱਠ ਜਾਂਦੇ ਨੇ। ਉਹਨਾਂ ਦਾ ਤਾਂ ਆਤਮਾ ਨਾਲ ਜਿਹੜਾ ਹੁੰਦਾ ਵਾ ਧਿਆਨ ਲੱਗਦਾ ਵਾ। ਆਤਮਾ ਨੂੰ ਹੀ ਦੇਖਣਾ ਹੁੰਦਾ ਉਹਨਾਂ ਨੇ, ਵੀ ਕਿੰਨੀ ਮਲੀਨ ਹੈ, ਕਿੰਨੀ ਵਾਕੀ ਹੈ, ਕਿੰਨੀ ਸ਼ੁੱਧ ਹੋਣੀ ਵਾਕੀ ਹੈ। ਗੁਰਬਾਣੀ ਸਾਡੀ ਜਿਹੜੀ ਮਲੀਨਤਾ ਦੂਰ ਕਰਦੀ ਹੈ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਨਾਨਕ ਸੱਚ ਸਵਾਰਨ ਹਾਰਾ, ਸੱਚ ਨੇ ਸਾਨੂੰ ਸਵਾਰਨਾ ਵਾ। ਸੱਚ ਦੇ ਗਿਆਨ ਨਾਲ ਅਸੀਂ ਸਾਡੀ ਮਲੀਨਤਾ ਦੂਰ ਕਰਨੀ। ਜਿਹੜਾ ਸਾਡਾ ਹੁਕਮ ਹੈ ਉਹ ਵਿਗਾੜਨ ਹਾਰਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਤੁਮ ਦਿਆਲ ਕਿਰਪਾਲ ਕਿਰਪਾ ਨਿਧ, ਪਤਤ ਪਾਵਨ ਗੁਸਾਈ, ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਉਹੀ ਆ ਗਏ ਸਤਿਗੁਰਾਂ ਦੇ ਬਚਨ। ਪਤਤ ਉਦਾਹਰਨ ਪੈ ਹਰਨ ਨਾਥ ਕੇ ਨਾਥ। ਸਤਿਗੁਰ ਸਮਝਾਉਂਦੇ, ਇਹ ਦਾਤਾ ਗਸਾਈ ਆ ਤੂੰ ਕਿਰਪਾ ਦਾ ਸਾਗਰ ਹੈ, ਤੂੰ ਦਿਆਲ ਕਿਰਪਾਲ ਕਿਰਪਾ ਨਿਧ, ਪਤਤ ਪਾਵਨ ਗੁਸਾਈ। ਪਤਤਾਂ ਨੂੰ, ਮਲੀਨ ਹੋਇਆਂ ਨੂੰ, ਥੱਲੇ ਡਿੱਗਿਆਂ ਨੂੰ ਪਵਿੱਤਰ ਕਰਨ ਵਾਲਾ ਤੂੰ ਗੁਸਾਈ ਆ। ਕਹਿੰਦੇ ਜਿਨ੍ਹਾਂ ਨੇ ਤੇਰਾ ਦਰਸ਼ਨ ਕਰ ਲਿਆ, ਹਰ ਦੀ ਕਥਾ ਸੁਣ ਲਈ, ਜਿਹੜੇ ਅਮਰ ਹੋ ਗਏ, ਉਹਨਾਂ ਨੇ ਕਰੋੜਾਂ ਹੀ ਸੁੱਖ ਪਾ ਲਏ। ਕੋਟ ਸੂਖ ਆਨੰਦ ਰਾਜ ਪਾਏ, ਮੁਖ ਤੇ ਨਿਮਕ ਬੁਲਾਈ। ਜਿਨ੍ਹਾਂ ਨੂੰ ਹਰ ਦਾ ਦਰਸ਼ਨ ਹੋ ਗਿਆ, ਆਪਾਂ ਜੇ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਜਿਹੜੇ ਗੁਰਸਿੱਖ ਨੇ ਗੁਰਸ਼ਬਦ ਦੀ ਕਮਾਈ ਕਰਕੇ ਇੱਕ ਨਿਮਕ ਵੀ ਹਰੀ ਦੇ ਗੁਣ ਗਾ ਤੇ ਉਹਨੇ ਕਰੋੜਾਂ ਹੀ ਵੈਕੁੰਠ ਸਵਰਗਾਂ ਦੀ ਪ੍ਰਾਪਤੀ ਕਰ ਲਈ। ਸਤਿਗੁਰ ਤਾਂ ਸਮਝਾਉਂਦੇ ਆ ਭਾਈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੇ ਮਨ ਭਾਈ, ਨਾਮ ਜਪਤ ਤਿਸਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਗਾਈ। ਆ ਬੇਨਤੀ ਕਰਨੀ ਆ ਭਾਈ, ਜਾਪ ਇਹਨੂੰ ਸਮਝਣਾ ਵਾ, ਤਪ ਮਨ ਨੂੰ ਘੂਰ ਕੇ ਰੱਖਣਾ ਵਾ। ਇਹੀ ਭਗਤੀ ਹੈ, ਉਹ ਇਹੀ ਪੂਰੀ ਹੋਣੀ ਆਪਣੀ, ਜੋ ਪ੍ਰਭ ਨੂੰ ਚੰਗੀ ਲੱਗਦੀ ਹੈ। ਗੁਰਬਾਣੀ ਦੇ ਵਿੱਚ ਮੰਨੀ ਗਈ ਹੈ, ਜੋ ਤੀਰਥ ਮੰਨੇ ਗਏ ਨੇ, ਜੋ ਅਵਸਥਾ ਦੱਸੀਆਂ ਗਈਆਂ ਨੇ, ਉਹ ਸਾਰੀਆਂ ਅਸੀਂ ਪ੍ਰਾਪਤ ਕਰਨੀਆਂ ਨੇ। ਗੁਰੂ ਭਗਤਾਂ ਦੇ ਰਾਹ 'ਤੇ ਚੱਲ ਕੇ ਤਾਂ ਸਾਨੂੰ ਇਹ ਪ੍ਰਾਪਤੀ ਹੋਣੀ ਆ। ਫਿਰ ਨਾ ਉਹਨੂੰ ਸਮਝਦੇ ਸਮਝਦੇ ਸਾਡੀ ਤ੍ਰਿਸ਼ਨਾ ਰਹਿੰਦੀ ਹੀ ਨਹੀਂ ਹੈਗੀ। ਜੀਵ ਆਤਮਾ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਉਹੀ ਸਤਿਗੁਰ ਸਮਝਾਉਂਦੇ ਨੇ, ਪਤਤ ਉਦਾਹਰਨ ਪੈ ਹਰਨ ਨਾਥ ਕੇ ਨਾਥ ਕਹੋ, ਨਾਨਕ ਤਹਿ ਜਾਣੀਏ ਸਦਾ ਬਸ ਤੁਮ ਸਾਥ। ਜਿਹੜਾ ਸਦਾ ਸਾਡੇ ਨਾਲ ਵਸਦਾ, ਆਓ ਗੁਰਬਾਣੀ ਨੂੰ ਵਿਚਾਰ ਕੇ ਗਿਆਨ ਨਾਲ ਉਹਦਾ ਦਰਸ਼ਨ ਕਰੀਏ, ਫਿਰ ਸਾਡਾ ਅੱਗੇ ਦਾ ਖੇਲ ਸ਼ੁਰੂ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।